ਹੁਣ ਢੱਡਰੀਆਂ ਵਾਲੇ ਨੇ ਜਾਂ ਇਸ ਸਕੂਲ ਆਫ ਥਾਟ ਦੇ ਲੋਕ ਨੇ, ਉਹਨਾਂ ਨੇ ਮਿਸ਼ਨਰੀਜ਼ ਨੂੰ ਚੈਲੰਜ ਕਰਨਾ ਸ਼ੁਰੂ ਕਰਤਾ। ਉਹ ਇਹਨਾਂ ਨੂੰ ਚੈਲੰਜ ਕਰਦੇ ਨੇ। 60 ਸਾਲ ਤੋਂ ਜੋ ਕੰਮ ਕੀਤਾ ਗਿਆ ਸਿੱਖੀਜ਼ਮ ਦੇ ਉੱਤੇ, ਅੱਜ ਉਹੀ ਚੈਲੰਜ ਹੋ ਰਿਹਾ ਹੈ। ਹੁਣ ਕੌਮ ਜਾਂ ਨਵੀਂ ਪੀੜ੍ਹੀ ਤਾਂ ਇਹ ਛੱਛੋਪੰਚ ਹੈ ਕਿ ਉਹ ਬਿਲੀਵ ਕਿਹਦੇ 'ਤੇ ਕਰੇ, ਮੰਨੇ ਕਿਹਨੂੰ। ਜਿਵੇਂ ਸੂਰਜ ਪ੍ਰਕਾਸ਼ ਦੇ ਉੱਤੇ ਕੁਐਸਚਨ ਉੱਠੇ, ਜਿਵੇਂ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਆ, ਉਹ ਭਾਈ ਸਾਹਿਬ ਤੇ ਡੰਡਾ ਚੜਿਆ ਹੋਇਆ ਸੀਗਾ, ਜਿਵੇਂ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਪੈਸੇ ਦੀ ਕਮੀ ਹੋਣ ਕਰ ਵੀ ਆਹ ਦੁਰਗਾ ਦੀ ਜਿਹੜੀ ਪੂਜਾ ਤੁਸੀਂ ਲਿਖੋ ਨੇ, ਉਹਨੂੰ ਸਿੱਖ ਨੂੰ ਦੁਰਗਾ ਪੂਜਾ ਦੀ ਕੀ ਲੋੜ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਵੀ ਚੀਜ਼ ਮੇਲ ਨਹੀਂ ਖਾਂਦੀ, ਉਹ ਗੁਰੂ ਸਾਹਿਬਾਂ ਨਹੀਂ ਲਿਖ ਸਕਦੇ। ਰੋਜ਼ ਸ਼ੁਰੂਆਤ ਕਰਦੇ ਹਾਂ ਪ੍ਰਥਮ ਭਗਉਤੀ ਸਿਮਰ ਕੇ। ਹੁਣ ਉਹ ਦੇਖੋ ਇਹ ਚੀਜ਼ ਆ, ਹੁਣ ਉਹ ਕਹਿੰਦੇ ਨੇ ਭਗਵਤੀ ਦਾ ਅਰਥ ਅਕਾਲ ਪੁਰਖ ਹੁੰਦਾ, ਉਹ ਕਹਿੰਦੇ ਨਹੀਂ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਮੈਸੇਜ ਹੈ, ਜੋ ਬਾਣੀ ਹੈ, ਉਹਨੂੰ ਦੁਨੀਆ ਤੱਕ ਪਹੁੰਚਾਉਣ 'ਚ ਸਾਡੇ ਤੋਂ ਘਾਟ ਰਹਿ ਗਈ ਕਿ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਗੁਰੂ ਸਾਹਿਬ ਦੇ ਮੈਸੇਜ ਨੂੰ, ਗੁਰੂ ਸਾਹਿਬ ਦੇ ਸ਼ਬਦ, ਗੁਰੂ ਦਾ ਜੋ ਕਹਿਣਾ ਹੈ, ਉਸ ਨੂੰ ਦੁਨੀਆ ਤੱਕ ਘੱਟ ਪਹੁੰਚਾ ਸਕੇ ਹਾਂ। ਨਕਸ਼ਦੀਪ ਪੰਚਕੋਹਾ ਸਾਹਿਬ ਨੇ, ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਔਰ ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ, ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਥੋੜ੍ਹਾ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਸ਼ੁਰੂਆਤ ਕੀਤੀ, ਕਿੰਨਾ ਸਮਾਂ ਲੱਗਿਆ, ਕੀ ਜ਼ਿਹਨ 'ਚ ਆਇਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੰਗਰੇਜ਼ੀ 'ਚ ਟਰਾਂਸਲੇਟ ਕੀਤਾ? ਹਾਂ, ਉਹ ਤਾਂ ਇਹ ਹੋਇਆ ਕਿ ਮੈਨੂੰ ਇੱਕ ਮੇਰਾ ਦੋਸਤ ਨੇ ਡਾਕਟਰ ਸਾਹਿਬ ਸਿੰਘ ਹੋਰਾਂ ਦਾ ਜਿਹੜਾ ਉਹ ਲੱਥਾ ਸੀਗਾ ਨਾ, 10 ਪੋਥੀਆਂ ਉਹ ਦਿੱਤੀਆਂ ਸੀਗੀਆਂ, ਉਹ ਮੈਂ ਪੜ੍ਹਨਾ ਸ਼ੁਰੂ ਕੀਤਾ। ਅਤੇ ਮੇਰੇ ਫਿਰ ਉਦੋਂ ਮਨ 'ਚ ਆਇਆ ਕਿ ਮੈਨੂੰ ਇੰਗਲਿਸ਼ ਟਰਾਂਸਲੇਸ਼ਨ ਕਰ ਦੇਵਾਂ ਉਹਨਾਂ ਵਾਸਤੇ ਜੋ ਨੇਟਿਵ ਨਹੀਂ ਹੈਗੇ, ਜੋ ਬਾਹਰ ਜਨਮੇ ਨੇ, ਜਿਹੜੇ ਬੱਚੇ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਪੰਜਾਬੀ ਦੀ ਸਮਝ ਨਹੀਂ, ਅਤੇ ਉਹ ਇੰਗਲਿਸ਼ ਰਾਹੀਂ ਉਹਨੂੰ ਅੰਡਰਸਟੈਂਡ ਕਰ ਸਕਣਗੇ। ਕਿੰਨਾ ਸਮਾਂ ਲੱਗਿਆ ਜੀ ਉਹਦੇ? ਮੈਨੂੰ ਤਕਰੀਬਨ 9 ਸਾਲ ਤੋਂ ਉੱਤੇ ਲੱਗ ਗਏ, ਤਕਰੀਬਨ 9 ਈਅਰਸ ਆਖ ਸਕਦੇ ਸੀ। ਔਰ ਕੀ ਉਹ ਜਿਵੇਂ ਗੁਰੂ ਸਾਹਿਬ ਦੇ ਅੰਗ ਨੇ, ਤਾਂ ਹਰੇਕ ਅੰਗ ਦੇ ਉੱਤੇ ਉਵੇਂ ਤੁਸੀਂ ਟਰਾਂਸਲੇਸ਼ਨਸ ਕੀਤੀਆਂ, ਜਾਂ ਫਿਰ ਇੱਕ ਕਿਤਾਬ ਦੇ ਰੂਪ 'ਚ ਵੱਖਰੇ ਤੌਰ ਦੇ ਉੱਤੇ ਤੁਸੀਂ ਉਹਨੂੰ ਟਰਾਂਸਲੇਟ ਕਰਕੇ ਛਾਪਿਆ? ਨਹੀਂ, ਮੈਂ ਬਿਲਕੁਲ ਸ਼ੁਰੂ ਜਿਸ ਤਰ੍ਹਾਂ ਪਹਿਲੇ ਜਿਹੜਾ ਅੰਗ ਹੈ ਉਹ ਤੋਂ ਸ਼ੁਰੂ ਕੀਤਾ ਹੈ। ਜਿਵੇਂ ਮੂਲ ਮੰਤਰ ਉਹਦੇ ਥੋੜ੍ਹਾ ਜਿਹੀ ਡਿਟੇਲ ਦਿੱਤੀ ਆ, ਅਤੇ ਕਿਸ ਤਰ੍ਹਾਂ ਐਕਸਪਲੇਨ ਕੀਤਾ ਗਿਆ ਮੂਲ ਮੰਤਰ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੇਰੀ ਇਹ ਧਾਰਨਾ ਹੈ ਪੜ੍ਹਨ ਤੋਂ ਬਾਅਦ ਇਹ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਟਰਾਂਸਲੇਸ਼ਨ ਹੈ, ਮੇਨ ਇੰਟਰਪ੍ਰੀਟੇਸ਼ਨ ਜਿਹੜੀ ਆ, ਉਹ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਕੀਤੀ ਆ। ਅਤੇ ਜਿਹੜੇ ਭਗਤ ਸਾਹਿਬਾਨ ਨੇ, ਉਹਨਾਂ ਦੀ ਜਿਹੜੀ ਬਾਣੀ ਉਹ ਅਲਾਈਨ ਕਰਦੀ, ਉਹਨਾਂ ਦੇ ਨਾਲ ਅਲਾਈਨ ਕਰਦੀ ਆ, ਉਹ ਉਸ ਥਾਟ ਨਾਲ। ਤਾਂ ਇਹਨੂੰ ਮੈਂ ਮੰਨ ਕੇ ਚੱਲਦਾ ਕਿ ਇਹ ਇੱਕ ਸਪਿਰਿਚੁਅਲ ਐਕਸਪੀਰੀਅੰਸ ਹੈ, ਅਤੇ ਜਦੋਂ ਤੱਕ ਤੁਸੀਂ ਉੱਥੇ ਪੁੱਜਦੇ ਨਹੀਂ, ਤੁਸੀਂ ਅੰਡਰਸਟੈਂਡ ਨਹੀਂ ਕਰ ਸਕੋਗੇ। ਪਰ ਇਹ ਹੈ ਕਿ ਜੇ ਉਸ ਚੀਜ਼ ਨੂੰ ਤੁਸੀਂ ਟਰਾਈ ਟੂ ਕੰਪਰਹੈਂਡ, ਕੰਸਨਟਰੇਟ ਕਰਕੇ ਆਈਡੀਆ ਕੀ ਆ, ਜੇ ਰਿਪੀਟ ਵੀ ਹੁੰਦਾ ਤਾਂ ਵੀ ਉਹ ਸਟਰੈਸ ਦਿੱਤਾ ਗਿਆ ਇਸ ਚੀਜ਼ 'ਤੇ, ਅਤੇ ਉਹਨੂੰ ਅੰਡਰਸਟੈਂਡ ਕਰੋ। ਤਾਂ ਮੈਂ ਟਰਾਂਸਲੇਸ਼ਨ ਸ਼ੁਰੂ ਕੀਤੀ ਹੈ ਇਨ ਅ ਸੈਂਸ, ਵਰਡ ਜਾਂ ਲਾਈਨ ਵਾਈਜ਼ ਲਾਈਨ ਨਹੀਂ ਕੀਤੀ ਹੈਗੀ, ਜਿਸ ਤਰ੍ਹਾਂ ਹੋਰ ਕੀਤੀ ਗਈ ਆ, ਹੋਰਾਂ ਨੇ ਕੀਤੀ ਹੈਗੀ। ਜਿਸ ਤਰ੍ਹਾਂ ਮਨਮੋਹਨ ਸਿੰਘ ਜੀ ਨੇ ਕੀਤੀ ਆ, ਸੰਤ ਸਿੰਘ ਖਾਲਸਾ ਨੇ ਕੀਤੀ ਆ, ਵਰਲਡ ਵਾਈਡ ਬਹੁਤ ਮਿਸਟੇਕਸ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ। ਮਨਮੋਹਨ ਸਿੰਘ ਦਾ ਜੇ ਫਿਰ ਵੀ ਟੋਲਰੇਬਲ ਹੈਗਾ। ਅਤੇ ਇੱਕ ਦੂਸਰਾ ਅੱਧੀ ਹਿੰਦੀ ਪੰਜਾਬੀ ਦੇ ਵਿੱਚ ਫਰੀਦਕੋਟੀਆਂ ਨੇ ਕੀਤੀ ਵੀ ਆ, ਉਹ ਬਿਲਕੁਲ ਥਾਟ ਨਾਲ ਨਹੀਂ ਰਲਦੀ ਹੈਗੀ, ਜੋ ਵਿੱਚ ਥਾਟ ਚੱਲ ਰਿਹਾ। ਇਹਦੀ ਤੁਹਾਡੇ ਵਾਲੀ ਟਰਾਂਸਲੇਸ਼ਨ ਦੀ ਐਕਸੈਪਟੇਬਿਲਿਟੀ ਹੋਈ ਹੈ, ਇਹਨੂੰ ਐਕਸੈਪਟ ਕੀਤਾ ਗਿਆ? ਇਹਦਾ ਇਹ ਹੈ ਵੀ ਮੈਂ ਆਪਣੇ ਮੱਕੜ ਸਾਹਿਬ ਜੋ ਸੁਰਗਵਾਸ ਹੋ ਗਏ, ਉਹਨਾਂ ਕੋਲ ਗਿਆ ਸੀਗਾ ਵੀ ਇਹਨੂੰ ਪਬਲਿਸ਼ ਕਰ ਦਿਓ, ਖਰਚਾ ਮੈਂ ਦੇ ਦਾਂਗਾ, ਅਤੇ ਉਹਨਾਂ ਨੇ ਲਿਖਤੀ ਰੂਪ ਮੇਰੇ ਤੋਂ ਲੈ ਲਿਆ, ਪਰ ਲੇਕਿਨ ਇਸ ਤਰ੍ਹਾਂ ਟਾਲ ਮੰਡੋਲੇ ਕਰੀ ਗਏ, ਹੋਈ ਨਹੀਂ ਨਾ। ਫਿਰ ਮੈਂ ਸੋਚਿਆ ਇਹਨੂੰ ਮੈਂ ਔਨਲਾਈਨ ਪਾ ਦਿਆਂਗਾ, ਪਹਿਲਾਂ ਮੇਜਰ ਬਾਣੀਆਂ ਪਾ ਦਾਂਗਾ, ਅਤੇ ਫਿਰ ਸੋਲ ਦਾ ਹੋਰ ਪਾ ਦਿਆਂਗਾ। ਫਿਰ ਤੁਸੀਂ ਪਬਲਿਸ਼ ਕਿਤੋਂ ਵੀ ਨਹੀਂ ਕਰਾਈ? ਨਹੀਂ ਕਰਾਈ, ਮੈਂ ਨਹੀਂ ਕਰਾਈ। ਇਹਦੀ ਕੋਈ ਇਹਦੇ ਕ੍ਰਿਟਿਕਸ ਵੀ ਕੁਝ ਲਿਖਿਆ ਗਿਆ, ਆਲੋਚਨਾ ਵੀ ਹੋਈ ਹੈ ਕੋਈ? ਇਹਦੀ ਕੋਈ ਆਲੋਚਨਾ ਨਹੀਂ ਹੋਈ, ਕਿਉਂਕਿ ਹਾਂ ਇਹ ਹੈ ਇਹਨਾਂ ਦੇ ਜਦੋਂ ਮੈਂ ਕੀਤੀ ਆ ਤਾਂ ਮੈਂ ਤਕਰੀਬਨ 3 ਬੁੱਕਸ ਲਿਖੀਆਂ ਨੇ ਮੈਂ, ਉਸੇ ਵਿੱਚੋਂ ਟਰਾਂਸਲੇਸ਼ਨ ਦੇ ਵਿੱਚੋਂ ਲੈ ਕੇ ਜਿਹੜੀ ਮੈਂ ਕੀਤੀ ਆ, ਉਹਦਾ ਆਧਾਰ ਹੈ ਮਤਲਬ ਜਿਵੇਂ ਗੁਰੂ ਨਾਨਕ ਇਨ ਹਿਜ਼ ਓਨ ਵਰਡਸ, ਸੈਲਫ ਪੋਰਟਰੇਟ ਭਗਤ ਕਬੀਰ, ਅਤੇ ਹੂ ਡਜ਼ ਲਿਵ ਵਿਦਨ। ਅਤੇ ਇੱਕ ਪਹਿਲਾਂ ਬੁੱਕ ਆਈ ਸੀ, ਉਹਦਾ ਨਾਂ ਸੀ ਗੁਰੂ ਮੈਸੇਜ ਦਾ ਅਲਟੀਮੇਟ ਫਰੀਡਮ। ਹਾਂਜੀ, ਇਹ 4 ਬੁੱਕਸ ਮੈਂ
ਉਸੇ ਦੇ ਆਧਾਰ ਲਿਆ ਮੈਂ ਜਿਹੜੀ ਇਨਸੈਂਸ। ਉੱਥੇ ਯੂਐਸ 'ਚ ਚਰਚਾ ਹੁੰਦੀ ਹੈ ਅੰਗਰੇਜ਼ ਤੁਹਾਡੇ ਤੋਂ ਜਿਹੜੇ ਉੱਥੋਂ ਦੇ ਵਸਨੀਕ ਨੇ ਜਾਂ ਜਿਹੜੇ, ਕਿਉਂਕਿ ਅਸੀਂ ਸਾਰਿਆਂ ਨੂੰ ਅੰਗਰੇਜ਼ ਕਹਿ ਦਿੰਦੇ ਹੁੰਦੇ ਆ ਚਿੱਟੀ ਚਮੜੀ ਵਾਲਿਆਂ ਨੂੰ, ਕਿ ਉਹ ਕਦੇ ਚਰਚਾ ਕਰਦੇ ਗੁਰੂ ਗ੍ਰੰਥ ਸਾਹਿਬ ਤੇ? ਉਹਨਾਂ ਨਹੀਂ ਕਰਦੇ, ਉਸ ਥੋੜ੍ਹੇ ਜਿਹੇ ਜਿਵੇਂ ਉਹਨਾਂ ਨੇ ਚੇਅਰ ਬਣਾਈ ਆ ਉਹਨਾਂ ਦੇ ਬਾਹਰ ਯੂਨੀਵਰਸਿਟੀਆਂ ਦੇ ਵਿੱਚ, ਉਹ ਟਰਾਈ ਕਰਦੇ ਟੂ ਡਿਸਕਸ ਅਬਾਊਟ ਇਟ। ਲੇਕਿਨ ਉਹਨਾਂ ਦਾ ਆਧਾਰ ਜਿਹੜਾ ਹੈਗਾ ਬੇਸਿਕਲ ਜਿਹੜੇ ਪ੍ਰਚਲਿਤ ਨੇ ਨਾ ਜਿਹੜੇ ਟ੍ਰਾਂਸਲੇਸ਼ਨ ਆ, ਜਿਵੇਂ ਡਾਕਟਰ ਸਾਹਿਬ ਸਿੰਘ ਦਾ ਹੋਇਆ ਤੇ ਜਾਂ ਭਾਈ ਵੀਰ ਸਿੰਘ ਹੋਏ, ਇਹਨਾਂ ਨੂੰ ਬੇਸ ਮੰਨ ਕੇ ਚੱਲਦੇ ਨੇ ਉਹ। ਪਰ ਇਹ ਤੁਹਾਨੂੰ ਲੱਗਦਾ ਕਿ ਅਸੀਂ ਸਿੱਖੀਜ਼ਮ ਦੇ ਕਨਸੈਪਟ ਨੂੰ ਦੁਨੀਆ 'ਚ ਅਜੇ ਵੀ ਦੱਸ ਨਹੀਂ ਪਾ ਰਹੇ? ਅਸੀਂ ਨਹੀਂ ਪਾ ਰਹੇ, ਅਸੀਂ ਨਹੀਂ ਦੱਸ ਪਾ ਰਹੇ ਕਿਉਂਕਿ ਸਿੱਖੀ ਦੇ ਦੋ ਹਿੱਸੇ ਨੇ ਜਿਹੜੇ ਮੈਂ ਮੰਨਦਾ। ਇੱਕ ਸਪਿਰਚੁਅਲ ਆ, ਜਿਵੇਂ ਮੀਰੀ ਪੀਰੀ ਤੁਸੀਂ ਜਾਣਦੇ ਹੋ ਨਾ, ਵੈਲ ਨੋਨ। ਤੇ ਅਸੀਂ ਜਿਹੜੀ ਜਿਹੜੇ ਸਾਡਾ ਸਾਰਾ ਜ਼ੋਰ ਜਿਹੜਾ ਨਾ ਉਹ ਮੀਰੀ ਤੇ ਹੈ, ਪੀਰੀ ਤੇ ਨਹੀਂ ਹੈਗਾ। ਤੇ ਇਹ ਦੋਨੋਂ ਬਿਨਾਂ ਅਧੂਰੀ ਹੈ, ਇਹ ਦੋਨੋਂ ਇੱਕ ਕਰ ਦੇਣੀ ਚਾਹੀਦੀ ਹੈ। ਲੇਕਿਨ ਇਹ ਮੈਂ ਇਹਦੇ ਵਿਦਵਾਨਾਂ ਕੋਲੋਂ ਸੁਣ ਨਹੀਂ ਸਕਿਆ। ਮੈਂ ਲੈਕਚਰ ਸੁਣੇ ਨੇ, ਮੈਂ ਕਈ ਪੇਪਰ ਵੀ ਪੜ੍ਹੇ ਨੇ, ਪਰ ਆਈ ਐਮ ਨਾਟ ਸੈਟਿਸਫਾਈਡ। ਜਿਹੜੇ ਉਧਰ ਪ੍ਰਚਾਰਕ ਨੇ, ਬਹੁਤ ਸਾਰੇ ਪ੍ਰਚਾਰਕ ਜਿਹੜੇ ਉਧਰ ਹੁਣ ਪ੍ਰਚਾਰ ਕਰ ਵੀ ਰਹੇ ਹੈ, ਉਹ ਕਮੀ ਕਿੱਥੇ ਆ ਰਹੀ ਹੈ? ਕਿੱਥੇ ਕੀ ਲੈਕ ਕੀ ਕਰ ਰਹੇ ਹਾਂ ਅਸੀਂ? ਕਮੀ ਇਹ ਆ, ਕਮੀ ਉਦੋਂ ਆ ਜਾਂਦੀ ਜਦੋਂ ਤੁਸੀਂ ਆਪਣੀ ਸੋਚ ਨੂੰ, ਕੋਈ ਜਿਵੇਂ ਇੱਕ ਕਵੀ ਹੈ ਨਾ, ਉਹ ਜਿਵੇਂ ਇੱਕ ਕਵੀ ਦੀ ਕਵਿਤਾ ਲੈ ਲਈ, ਤੁਸੀਂ ਆਪ ਦੀ ਸੋਚ ਵਿੱਚ ਪਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਜਿਹੜੀ ਕਵੀ ਦਾ ਮੇਨ ਜਿਹੜਾ ਆਈਡੀਆ ਉਹ ਇੰਜਰ ਹੋ ਜਾਂਦਾ ਹੈ, ਠੀਕ ਹੈ। ਲੇਕਿਨ ਜੇ ਤੁਸੀਂ ਹੂ ਬਹੂ ਉਹੀ ਅੱਗੇ ਪਾਸ ਆਨ ਕਰੋ, ਫਿਰ ਕੋਈ ਫਰਕ ਨਹੀਂ ਪੈਂਦਾ। ਗੁਰਬਾਣੀ ਨੂੰ ਇੰਟਰਪ੍ਰੀਟ ਕਰਦਿਆਂ ਲੋਕਾਂ ਨੇ ਮਨਮਤ ਵਰਤਿਆ ਤੇ ਵੱਖਰੇ ਵੱਖਰੇ ਧੜੇ ਬਣ ਗਏ। ਇਹ ਤਾਂ ਤੁਹਾਡੇ ਵਾਸਤੇ ਵੀ ਬੜਾ ਵੱਡਾ ਚੈਲੰਜ ਹੋਣਾ ਜਦੋਂ ਤੁਸੀਂ ਟਰਾਂਸਲੇਟ ਕਰ ਰਹੇ ਹੋ। ਹਾਂ, ਬਹੁਤ ਬੜਾ ਚੈਲੰਜ। ਮੇਰੀ ਇਹ ਦੇਖੋ, ਮੈਂ ਬੜਾ ਲੌਜੀਕਲ ਬੰਦਾ, ਮੈਂ ਸਾਇੰਟੀਫਿਕ ਮੇਰਾ ਮਾਈਂਡ ਆ, ਮੈਂ ਹਰੇਕ ਨੂੰ ਲੌਜਿਕ ਨਾਲ ਚੱਲਦਾ, ਪਰ ਮੈਂ ਆਪਣੀ ਉਸ ਲੌਜਿਕ ਨੂੰ, ਸਾਇੰਟੀਫਿਕ ਮਾਈਂਡ ਨੂੰ ਵਿੱਚ ਨਹੀਂ ਆਉਣ ਦਿੱਤਾ ਹੈਗਾ। ਜੋ ਕੁਛ ਆਈਡੀਆ ਚੱਲ ਰਿਹਾ ਜਿੱਦਾਂ ਹੈ ਉਹਨੂੰ ਐਸੈਂਸ 'ਚ ਕੰਟੀਨਿਊ ਕੀਤਾ। ਤੇ ਇੱਥੇ ਜਿਹੜੇ ਧੜੇ ਬਣੇ ਹੋਏ ਨੇ, ਜਿਵੇਂ ਮਿਸ਼ਨਰੀ ਵਾਲੇ ਬਣੇ ਨੇ, ਟਕਸਾਲੀ ਵਾਲੇ ਬਣੇ ਨੇ, ਢਾਂਡਰੀ ਵਾਲੇ ਬਣੇ ਨੇ, ਇਹ ਕੀ ਕਰਦੇ ਨੇ? ਆਪਣੇ ਥੌਟ ਨੂੰ ਉੱਤੇ ਜ਼ੋਰ ਦੇ ਕੇ ਪ੍ਰਚਾਰ ਕਰਦੇ ਨੇ। ਬੇਸਿਕਲੀ ਮੇਰਾ ਖਿਆਲ ਤਾਂ ਪੈਸੇ ਦਾ ਧੰਦਾ ਸਾਰਾ ਇਹ। ਤੇ ਜੇ ਤੁਸੀਂ ਇੱਕ ਚੰਗੀ ਗੱਲ ਮਤਲਬ ਪ੍ਰੀਚ ਕਰਨੀ ਆ ਤਾਂ ਤੁਸੀਂ ਪੈਸੇ ਨੂੰ ਕਿਉਂ ਅੱਗੇ ਰੱਖਿਆ ਹੈ? ਠੀਕ ਹੈ ਨਾ, ਤੁਸੀਂ ਜਾਓ ਤੇ ਪ੍ਰੀਚ ਕਰੋ, ਲੋਕਾਂ ਦਾ ਭਲਾ ਕਰੋ। ਭਲੇ ਲਈ ਇਹ ਲਿਖੀ ਗਈ ਸੀ, ਲੋਕਾਂ ਨੂੰ ਨਵੀਂ ਸੋਚ ਦਿੱਤੀ ਗਈ ਸੀ। ਪਰ ਇਹਦੇ ਪਿੱਛੇ ਕੀ ਵਿਚਾਰ ਹੋ ਸਕਦੇ ਆ ਕਿ ਜਿਵੇਂ ਹੁਣ ਢੱਡਰੀਆਂ ਵਾਲੇ ਨੇ ਜਾਂ ਇਸ ਸਕੂਲ ਆਫ ਥਾਟ ਦੇ ਲੋਕ ਨੇ, ਉਹਨਾਂ ਨੇ ਮਿਸ਼ਨਰੀਜ਼ ਨੂੰ ਚੈਲੰਜ ਕਰਨਾ ਸ਼ੁਰੂ ਕਰਤਾ, ਉਹ ਇਹਨਾਂ ਨੂੰ ਚੈਲੰਜ ਕਰਦੇ ਨੇ। ਕੀ ਇਹ ਸਾਨੂੰ ਲੀਡ ਕਿੱਥੇ ਕਰੂਗੀ? ਇਹ ਜੀ ਜੇ ਇਹ ਤਾਂ ਤਦ ਠੀਕ ਹੋ ਸਕਦਾ ਹੈ ਜਦੋਂ ਇਹ ਗਰੁੱਪਿਜ਼ਮ ਦੀ ਜਿਹੜੀ ਇੰਪੋਰਟੈਂਸ ਘਟਾ ਦਿੱਤੀ ਜਾਵੇ। ਜਿਵੇਂ ਹੁਣ ਕਈ ਟਕਸਾਲੀ ਨੇ ਨਾ, ਉਹ ਵੀ ਗਲਤ ਨੇ। ਜਿਹੜੇ ਢਾਂਡਰੀਆਂ ਵਾਲੇ ਉਹ ਅਰਥ ਕਰਦੇ ਨੇ, ਉਹ ਵੀ ਗਲਤ ਨੇ। ਮੈਂ ਇਹ ਕਹਿੰਦਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਨਾ, ਤਾਂ ਗੁਰੂ ਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਓ। ਇੱਕ ਆਈਡੀਆ ਗੁਰੂ ਨਾਨਕ ਦੇਵ ਜੀ ਦਾ ਅੱਗੇ ਜਾ ਕੇ ਦੇਖੋ, ਅੱਗੇ ਮਿਲੂਗਾ ਤੁਹਾਨੂੰ। ਉਹ ਕਿਵੇਂ? ਜਿਸ ਤਰ੍ਹਾਂ ਫੋਰ ਐਗਜ਼ਾਮਪਲ ਏਕ ਓਂਕਾਰ ਦਾ ਲੈ ਲਓ, ਜਿਵੇਂ ਮੂਲ ਮੰਤਰ ਹੈ। ਮੂਲ ਮੰਤਰ ਨੂੰ ਬਹੁਤ ਵਾਰ ਅੱਗੇ ਜਾ ਕੇ ਐਕਸਪਲੇਨ ਕਰਦੇ ਨੇ ਉਸੇ ਮੂਲ ਮੰਤਰ ਵੀ ਤੂੰ ਇੱਕੋ ਆ, ਇੱਕ ਭਾਈ ਸਾਹਿਬ ਮੇਰਾ ਭਾਈ ਇੱਕੋ ਹੈ। ਉਹ ਏਕ ਓਂਕਾਰ ਦੇ ਬਾਰੇ ਗੱਲ ਹੋ ਰਹੀ ਹੈ। ਸਮਝੇ ਮੇਰੀ ਗੱਲ ਨੂੰ? ਕਿਸ ਤਰ੍ਹਾਂ ਉਹ ਰੀਇੰਟਰਪ੍ਰੇਟ ਕਰਦੇ ਨੇ। ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇੰਟਰਪ੍ਰੇਟ ਕਰ ਰਹੇ ਨੇ, ਸਾਰੇ ਦੇ ਸਾਰੇ। ਕੋਈ ਨਵਾਂ ਥਾਟ ਨਹੀਂ ਉਹਨਾਂ ਦਾ, ਉਹੀ ਸੇਮ ਥਾਟ ਹੈ, ਲੇਕਿਨ ਉਹਦੇ ਕਰ ਰਹੇ ਨੇ ਵੱਖਰੇ ਵੱਖਰੇ ਐਗਜ਼ਾਮਪਲਾਂ। ਜਿਸ ਤਰ੍ਹਾਂ ਮੈਥੇਮੈਟਿਕਸ, ਜਿਹੜਾ ਮੈਥੇਮੈਟਿਕਸ ਟੀਚਰ ਹੈ ਨਾ, ਤੁਹਾਨੂੰ ਫਾਰਮੂਲਾ ਲਾ ਕੇ ਵੱਖਰੇ ਵੱਖਰੇ ਉਹਦੇ ਦੀ ਚੀਜ਼ਾਂ ਅਪਲਾਈ ਕਰਾਉਂਦਾ ਤੇ ਦੱਸਦਾ ਵੀ ਦਿਸ ਇਜ਼ ਦਾ ਵੇ ਇਟ ਵਰਕਸ। ਤੇ ਇਸੇ ਤਰੀਕੇ ਨਾਲ ਜਿਹੜੀ ਆ ਆਪਣੇ ਗੁਰਬਾਣੀ ਆ, ਉਹਨੂੰ ਗੁਰੂ ਜੀ ਦੇ ਥਾਟ ਨੂੰ ਅਗਲੇ ਗੁਰੂ ਸਾਹਿਬਾਨ ਨੇ ਕੀਤਾ। ਗੱਲ ਉਹੀ ਹੈ, ਫਰਕ ਕੋਈ ਨਹੀਂ। ਐਕਸਪੀਰੀਅੰਸ ਸਪਿਰਿਚੁਅਲ ਆ, ਤੁਸੀਂ ਡਿਫਾਈਨ ਨਹੀਂ ਕਰ ਸਕਦੇ ਆਪਣੇ ਆਪ। ਜਿਹੜਾ ਲਾਸਟ ਚੀਜ਼ ਉਹੀ ਹੈ ਕਿ ਜਾਂ ਤਾਂ ਉੱਥੇ ਜਾਓ, ਜਿਵੇਂ ਮਾਊਂਟ ਐਵਰੈਸਟ ਆ ਨਾ, ਉੱਤੇ ਜਾਓ, ਤੁਹਾਨੂੰ ਫੀਲਿੰਗ ਦਾ ਉਦੋਂ ਉੱਥੇ ਜਾ ਕੇ ਪਤਾ ਲੱਗੇਗਾ, ਜਾਂ ਸੁਣ ਕੇ ਕਹਿ ਸਕਦੇ। ਸਵਾਲ ਤਾਂ ਇਹ ਨਾ ਕਿ ਹੁਣ ਜੋ 50-60 ਸਾਲ ਤੋਂ ਜੋ ਕੰਮ ਕੀਤਾ ਗਿਆ ਸਿੱਖੀਜ਼ਮ ਦੇ ਉੱਤੇ, ਅੱਜ ਉਹੀ ਚੈਲੰਜ ਹੋ ਰਿਹਾ ਹੈ। ਹੁਣ ਕੌਮ ਜਾਂ ਨਵੀਂ ਪੀੜ੍ਹੀ ਤਾਂ ਇਹ ਸ਼ਸ਼ੋ ਪੰਚ ਹੈ ਕਿ ਉਹ ਬਿਲੀਵ ਕਿਹਦੇ ਤੇ ਕਰੇ, ਮੰਨੇ ਕਿਹਨੂੰ। ਜਿਵੇਂ ਸੂਰਜ ਪ੍ਰਕਾਸ਼ ਦੇ ਉੱਤੇ ਕੁਐਸਚਨ ਉੱਠੇ ਤਾਂ ਮੰਨਿਆ ਕਿਹਨੂੰ ਜਾਵੇ? ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਕੀ ਆ ਕਿ ਤੁਸੀਂ ਮੈਕੈਲਫ ਨੂੰ ਪੜ੍ਹਿਆ ਹੋਵੇਗਾ, ਜਿਹਨੇ ਹਿਸਟਰੀ ਆਫ ਸਿਕਸ ਲਿਖੀ ਆ। ਉਹਨੇ ਬਹੁਤ ਦੇਰ ਪਹਿਲਾਂ ਕਿਹਾ ਕਿ ਜਿਹੜਾ ਹਿੰਦੂ ਉਹ ਨਾ, ਜਿਹੜੇ ਇਹਦੇ ਐਡਵੋਕੇਟ ਨੇ, ਉਹ ਕੀ ਕਰਦੇ ਨੇ, ਉਹਨੂੰ ਕੀ ਕਹਿੰਦੇ, ਉਹਨੂੰ ਆਪਾਂ ਮਿਕਸ ਕਰਨਾ ਚਾਹੁੰਦੇ ਨੇ। ਉਹ
ਤਾਂ ਕਿ ਜਿਹੜੀ ਸੋਚ ਆ ਉਹ ਮਿਕਸ ਹੋ ਜਾਵੇ, ਕਨਫਿਊਜ਼ਡ ਹੋ ਜਾਵੇ ਬੰਦਾ। ਤੇ ਉਹ ਕਹਿੰਦਾ ਮੈਨੂੰ ਡਰ ਆ ਕਿ ਬਾਬੇ ਨਾਨਕ ਦਾ ਜਿਹੜਾ ਧਰਮ ਹੈ ਨਾ ਉਹ ਸ਼ਾਇਦ ਵਿੱਚ ਇੱਕ ਜਿਹਾ ਦਿਸਣ ਲੱਗ ਜਾਵੇ, ਕਿਉਂਕਿ ਹੈ ਵੱਖਰਾ ਜਿਹੜਾ ਥਾਟ ਹੈ। ਹੁਣ ਇਹ ਚੀਜ਼ ਚੱਲਦੀ ਆ ਰਹੀ ਬਹੁਤ ਦੇਰ ਤੋਂ। ਇੱਕ ਐਗਜ਼ਾਮਪਲ ਤੁਹਾਨੂੰ ਹੋਰ ਦੇ ਦਿੰਦਾ ਹੈ ਕਿ ਜਿਹੜੇ ਫਰੀਦਕੋਟੀ ਦੇ ਵਾਲੇ ਲਿਖ ਰਹੇ ਨੇ ਕਿ ਜਿੱਥੇ ਉਹ ਪੱਥਰਾਂ ਬਾਰੇ ਗੁਰੂ ਜੀ ਕਹਿੰਦੇ ਨੇ ਕਿ 556 ਹੈ ਅੰਗ ਨੰਬਰ ਜਿਹੜਾ ਹੈਗਾ, ਤੇ ਵੀ ਇਹ ਮੁਗਧ ਨੇ, ਵਗਵਾਰ ਨੇ ਜਿਹੜੇ ਪੱਥਰਾਂ ਨੂੰ ਪੂਜਦੇ ਨੇ ਤੇ ਪੱਥਰਾਂ ਨੇ ਤੁਹਾਨੂੰ ਕੁਛ ਨਹੀਂ ਦਿੰਦਾ, ਉਹ ਤਾਂ ਆਪ ਡੁੱਬ ਜਾਂਦੇ ਨੇ। ਤੇ ਉਹਦਾ ਇੰਟਰਪ੍ਰੀਟ ਕਰਦੇ ਹੋ ਇਹ ਕਹਿ ਰਹੇ ਨੇ, ਦੇਖ ਲਿਓ 556 ਕਿ ਪੱਥਰ ਜਿਹੜੇ ਦੇਵਤਾ ਨੇ ਉਹ ਤੁਹਾਨੂੰ ਕੁਛ ਨਾ ਕੁਛ ਦੇ ਦੇਣਗੇ ਮਾਇਆ ਧਾਰ ਤੇ, ਪਰ ਉਹ ਤੁਹਾਨੂੰ ਨਾਮ ਜਾਂ ਉਹ ਨਹੀਂ ਦੇਣਗੇ। ਇਸ ਕਿਸਮ ਦੀ ਟ੍ਰਾਂਸਲੇਸ਼ਨ ਕੀਤੀ ਗਈ ਹੈ, ਉਹਦੀ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ। ਇਹ ਤਾਂ ਹੈ ਹੀ ਨਹੀਂ ਗੱਲ ਉੱਥੇ। ਗੱਲ ਤਾਂ ਇਹ ਹੀ ਹੈ ਕਿ ਤੁਸੀਂ ਲੌਜਿਕ ਨਾਲ ਚੱਲੋ। ਇੱਕ ਪੱਥਰ ਤੁਹਾਨੂੰ ਕੀ ਦੇ ਸਕਦਾ, ਇੱਕ ਬੇਜਾਨ ਚੀਜ਼ ਤੁਹਾਨੂੰ ਕੀ, ਲੌਜਿਕ ਤਾਂ ਇਹ ਦੱਸੀ ਜਾ ਰਹੀ ਹੈ, ਤੁਸੀਂ ਗੱਲਾਂ ਹੋਰ ਕਰ ਰਹੇ ਹੋ। ਇਹਦੇ ਨਾਲ ਕੀ ਹੋਇਆ, ਜਿਹੜਾ ਨਾ ਕਨਫਿਊਜ਼ ਮਾਈਂਡ ਹੋ ਗਿਆ। ਤੁਹਾਨੂੰ ਬਹੁਤ ਸਾਰੇ ਲੋਕ ਤੁਸੀਂ ਸੁਣਿਆ, ਜਿਵੇਂ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਆ, ਉਹ ਭਾਈ ਸਾਹਿਬ ਤੇ ਡੰਡਾ ਚੜਿਆ ਹੋਇਆ ਸੀਗਾ, ਜਿਵੇਂ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਪੈਸੇ ਦੀ ਕਮੀ ਹੋਣ ਕਰ ਵੀ ਆਹ ਦੁਰਗਾ ਦੀ ਜਿਹੜੀ ਪੂਜਾ ਤੁਸੀਂ ਲਿਖੋ ਨੇ, ਉਹਨੂੰ ਸਿੱਖ ਨੂੰ ਦੁਰਗਾ ਪੂਜਾ ਦੀ ਕੀ ਲੋੜ ਹੈ। ਠੀਕ ਹੈ ਨਾ। ਸੋ ਇੱਕ ਬੁੱਕ ਮਿਲਦੀ ਹੈ ਹੋਰ, ਕਿਹੜੇ ਨੇ ਉਹਨਾਂ ਦਾ ਨਾਂ, ਮਿਸਟਰ ਗਰੇਵਾਲ ਉਹਨਾਂ ਨੇ, ਤੇ ਹਬੀਬ, ਮਿਸਟਰ ਹਬੀਬ ਉਹਨਾਂ ਨੇ ਲਿਖੀ ਆ, ਜਿਹਦੇ 'ਚ ਫਾਰਸੀ ਸੋਰਸਿਸ ਨੇ ਵਿੱਚ ਦੱਸਿਆ ਗਿਆ ਕਿ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਸਿੱਖ ਨੇ ਮੂਰਤੀ ਭੰਨਤੀ ਸੀਗੀ। ਹੁਣ ਉੱਥੋਂ ਤੁਸੀਂ ਅੱਗੇ ਜਾ ਕੇ 10ਵੇਂ ਪਾਤਸ਼ਾਹ ਨੂੰ ਤੁਸੀਂ ਮੂਰਤੀ ਦੀ ਪੂਜਾ ਕਰਾਉਂਦੇ, ਦੇਵੀ ਦੀ ਪੂਜਾ ਕਰਾਉਂਦੀ ਦੱਸ ਰਹੇ ਹੋ। ਇਹ ਜਿਹੜੀ ਜੇ ਤੁਹਾਨੂੰ ਕਨਫਿਊਜ਼ ਕਰਤਾ, ਜਿਹੜਾ ਥਾਟ ਤੁਹਾਨੂੰ ਫਰੀ ਕਰਦਾ ਇਹ ਕਰਮ ਕਾਂਡਾਂ ਤੋਂ, ਬਹੁਤ ਹੀ ਜਿਹੜੀ ਦੇਵਤਾ ਵਾਲੀ ਉਹ ਚੀਜ਼ਾਂ ਤੋਂ ਫਰੀ ਕਰਦਾ ਵੀ ਇਹ ਇੱਕ ਜੋ ਇਹਨੇ ਬਣਾਇਆ ਉਹੀ ਪਾਵਰ ਆ, ਉਹੀ ਸ਼ਕਤੀ ਆ, ਉਹਨੂੰ ਮੰਨੋ। ਪਰ ਇਹਨੂੰ ਕਨਫਿਊਜ਼ ਕਰ ਦਿੱਤਾ ਗਿਆ। ਕਿਤੇ ਕਦੇ ਸੁਣਿਆ ਕਿ ਜੋ ਧਰਮ ਦੇਵੀ ਦੇਵਤਿਆਂ ਨੂੰ ਮੰਨਦੇ ਹੀ ਨਹੀਂ ਹੈ, ਉਹੀ ਉਹਦੇ ਹੀ ਜਿਹੜੇ ਪਰੋਕਾਰ ਨੇ ਉਹ ਦੇਵੀ ਦੀ ਪੂਜਾ ਲਿਖਣ। ਪਰ ਸਵਾਲ ਇਹ ਵੀ ਆਉਂਦਾ ਨਾ ਕਿ ਜੇ ਅਸੀਂ ਹਰ ਰੋਜ਼ ਅਸੀਂ ਅਰਦਾਸ ਕਰਦੇ ਹਾਂ ਤਾਂ ਅਸੀਂ ਦਸਮ ਗ੍ਰੰਥ ਦੀ ਸ਼ੁਰੂਆਤ ਉੱਥੋਂ ਕਰਦੇ ਹਾਂ, ਅਸੀਂ ਜਪਜੀ ਸਾਹਿਬ ਦੇ ਨਾਲ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਨਾਲ ਚੌਪਈ ਸਾਹਿਬ ਵੀ ਕਰਦੇ ਹਾਂ, ਅਸੀਂ ਜਾਪ ਸਾਹਿਬ ਦਾ ਪਾਠ ਵੀ ਕਰ ਲੈਂਦੇ ਹਾਂ, ਤੇ ਫਿਰ ਐਜ਼ ਅ ਹੋਲ ਅਸੀਂ ਦਸਮ ਗ੍ਰੰਥ ਦੇ ਉੱਤੇ ਸਵਾਲ ਕਰਦੇ ਹਾਂ। ਇਹ ਦੇਖੋ ਬੜਾ ਸੋਹਣਾ ਸਵਾਲ ਹੈ ਤੁਹਾਡਾ। ਇਹਦਾ ਜੇ ਜਵਾਬ ਦੇਣ ਲੱਗਾ ਮੈਂ ਸਿਰਫ ਇਹ ਕਹਾਂਗਾ ਕਿ ਜਿਹੜੇ ਆਪਣੇ ਵਿਦਵਾਨ ਨੇ ਨਾ ਆਪਣੇ ਗੁਰਬਾਣੀ ਦੇ ਵਿੱਚ, ਜਿਨ੍ਹਾਂ ਨੇ ਖੋਜਾਂ ਕੀਤੀਆਂ ਜਾਂ ਵਰਕ ਕੀਤਾ, ਉਹ ਰਲ ਕੇ ਬੈਠ ਜਾਣ, ਫੈਸਲਾ ਕਰਨ, ਇੱਕ ਜਿਹੜਾ ਸਾਰੀ ਪਬਲਿਕ ਮੰਨੇ ਕਿ ਕੀ ਵਾਕਿਆ ਦਸਮ ਗ੍ਰੰਥ ਗੁਰੂ ਜੀ ਨੇ ਲਿਖਿਆ ਜਾਂ ਉਹਨਾਂ 'ਚ ਕੁਝ ਰਚਨਾਵਾਂ ਨੇ ਜਾਂ ਹੈ ਨਹੀਂ, ਉਹ ਡਿਸਕਸ ਕਰ ਸਕਦੇ ਨੇ, ਤੁਹਾਨੂੰ ਦੱਸ ਸਕਦੇ। ਜੇ ਨਹੀਂ ਤਾਂ ਲੜੀ ਜਾਣਾ ਇਹਨਾਂ ਨੇ। ਉਹਨਾਂ ਨੇ ਕਹਿੰਦੇ ਹੈ ਨਹੀਂ, ਉਹਨਾਂ ਨੇ ਕਹਿੰਦੇ ਹੈ, ਪਰ ਸਿੱਟਾ ਕੁਝ ਵੀ ਨਹੀਂ। ਤੁਸੀਂ ਕੀ ਵਿਚਾਰ ਲੈਂਦੇ ਹੁੰਦੇ ਹੋ ਜੇ ਤੁਸੀਂ ਗੁਰਬਾਣੀ ਨੂੰ ਕਿਸ ਕਸਵੱਟੀ ਦੇ ਉੱਤੇ ਅਸੀਂ ਜੇ ਉਹਨੂੰ ਟੈਸਟ ਕਰਨਾ ਹੁੰਦਾ ਹੈ ਕਿ ਵਾਕਈ ਇਹ ਹੋ ਸਕਦੀ ਹੈ, ਤਾਂ ਕੀ ਤੁਸੀਂ ਉਹਦਾ ਇੱਕ ਪੈਮਾਨਾ ਕੀ ਨਾਪਦੇ ਹੈਗੇ? ਪੈਮਾਨਾ ਕਿਸ ਮੈਜ਼ਰ ਦੇ, ਕਿਸ, ਜੇ ਕੋਈ ਬਾਣੀ ਹੈ ਮਿਸਾਲ ਦੇ ਤੌਰ ਤੇ ਦਸਮ ਗ੍ਰੰਥ ਦੀ ਕੋਈ ਬਾਣੀ ਤੁਹਾਡੇ ਅੱਗੇ ਰੱਖੀ ਜਾਵੇ, ਤੁਸੀਂ ਕਿਵੇਂ ਉਹਨੂੰ ਮਾਪੋਗੇ ਕਿ ਗੁਰੂ ਸਾਹਿਬ ਨੇ ਲਿਖੀ ਹੋ ਸਕਦੀ ਹੈ ਜਾਂ ਨਹੀਂ? ਆਹ ਵੀ ਬਹੁਤ ਸੋਹਣਾ ਤੁਹਾਡਾ ਸਵਾਲ। ਇਹਦਾ ਇਹ ਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਇਹ ਤੋਂ ਜਿਹੜਾ ਸਾਡਾ ਧਰਮ ਆ, ਜਿਹੜਾ ਬੇਸ ਗੁਰੂ ਗ੍ਰੰਥ ਸਾਹਿਬ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਵੀ ਚੀਜ਼ ਮੇਲ ਨਹੀਂ ਖਾਂਦੀ, ਉਹ ਗੁਰੂ ਸਾਹਿਬਾਂ ਨਹੀਂ ਲਿਖ ਸਕਦੇ। ਇਹ ਮੇਰਾ ਆਪਣਾ ਵਿਚਾਰ ਆ। ਇਹ ਜਿਹੜੇ ਬੁੱਧੀਮਾਨ ਨੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ, ਇਹ ਆਪਣੀ ਆਮ ਪਬਲਿਕ ਨੂੰ ਦੱਸਣਾ ਚਾਹੀਦਾ ਵੀ ਇਹਦੇ ਨਾਲ ਅਲਾਈਨ ਕਰਦਾ ਕਿ ਨਹੀਂ ਕਰਦਾ। ਅਸੀਂ ਤਾਂ ਰੋਜ਼ ਸ਼ੁਰੂਆਤ ਕਰਦੇ ਹਾਂ ਪ੍ਰਥਮ ਭਗਉਤੀ ਸਿਮਰ ਕੇ। ਹਾਂ, ਹੁਣ ਉਹ ਦੇਖੋ ਇਹ ਚੀਜ਼ ਆ। ਹੁਣ ਉਹ ਕਹਿੰਦੇ ਨੇ ਭਗਵਤੀ ਦਾ ਅਰਥ ਅਕਾਲ ਪੁਰਖ ਹੁੰਦਾ, ਉਹ ਕਹਿੰਦੇ ਨਹੀਂ ਕਿਰਪਾਨ ਨਾ ਉਹ ਹੁੰਦਾ, ਕੀ ਕਹਿੰਦੇ ਇੱਕ ਕਹਿੰਦੇ ਕਿਰਪਾਨ ਹੁੰਦਾ, ਇੱਕ ਕਹਿੰਦੇ ਦੇਵੀ ਹੁੰਦਾ। ਹੁਣ ਉਹ ਆਪੋ ਵਿੱਚ ਲੜੀ ਜਾਂਦੇ ਆ, ਪਰ ਫਾਇਦਾ ਤਾਂ ਕੋਈ ਨਹੀਂ। ਉਹ ਫੁੱਟ ਥੁੱਟ 'ਚ ਪਾ ਕੇ ਰੱਖਣੀ ਚਾਹੁੰਦੇ ਨੇ, ਪਰ ਜੇ ਤੁਸੀਂ ਇਕੱਠੇ ਹੋ ਕੇ ਯੂਨਾਈਟ ਹੋ ਕੇ ਜਿਹੜੇ ਵਿਦਵਾਨ ਨੇ ਉਹਦਾ ਫੈਸਲਾ ਕਰ ਦੇਣ, ਗੱਲ ਮੁੱਕ ਜਾਂਦੀ ਹੈ। ਹੁਣ ਡਾਕਟਰ ਰਤਨ ਸਿੰਘ ਬੇਦੀ ਹੋਰਾਂ ਨੇ ਬੜਾ ਵਧੀਆ ਥੀਸਿਸ ਲਿਖਿਆ, ਮੈਂ ਪੜ੍ਹਿਆ, ਬਹੁਤ ਖੂਬਸੂਰਤ ਸੀਗਾ। ਉਹ ਯੂ-ਟਰਨ ਲੈ ਗਏ, ਲਿਖ ਕੇ ਯੂ-ਟਰਨ ਲੈ ਗਏ, ਮੰਨ ਕੇ ਪ੍ਰੂਵ ਕਰਕੇ ਫਿਰ ਯੂ-ਟਰਨ ਲੈ ਗਏ। ਹੁਣ ਇਹ ਤਾਂ ਦੱਸੋ ਕੀ ਨਿਕਲੂਗਾ ਇਹਦੇ 'ਚੋਂ ਸਿੱਟਾ, ਜਦੋਂ ਵਿਦਵਾਨ ਐ ਕਰਨ ਲੱਗ ਜਾਣ। ਸੋ ਮੈਂ ਇਸ ਕਰਕੇ ਨਾ ਦਸਮ ਗ੍ਰੰਥ ਬਾਰੇ ਚੁੱਪ ਹਾਂ। ਮੈਂ ਕਹਿੰਦਾ ਵਿਦਵਾਨ ਬੈਠਣ, ਫੈਸਲਾ ਕਰ ਦੇਣ, ਲੜੋ ਨਾ, ਗਾਲਾਂ ਨਾ ਕੱਢੋ ਇੱਕ ਦੂਜੇ ਨੂੰ। ਮੇਰਾ ਕਿਸੇ ਵੀ ਗਰੁੱਪ ਨਾਲ ਕੋਈ ਸੰਬੰਧ ਨਹੀਂ। ਈਵਨ ਸਾਹਿਤਕ ਦੇਖੋ, ਮੈਂ ਲਿਖਦਾ, ਮੈਂ ਨਾਵਲਕਾਰ ਹਾਂ। ਕਿਉਂਕਿ ਸਿੱਟਾ ਕੋਈ ਵੀ ਨਹੀਂ ਕੱਢ ਕੇ ਗਿਆ ਨਾ। ਜੇ ਹਿਸਟੋਰੀਅਨ ਕਰਮ ਸਿੰਘ ਕੱਤਕ ਕੇ ਵਿਸਾਖ ਲਿਖਦੇ, ਲਾਸਟ ਤੇ ਦੱਸ ਕੇ ਨਹੀਂ ਗਏ ਵੀ ਕੱਤਕ ਕੇ ਵਿਸਾਖ ਜਨਮ ਹੋਇਆ ਕਦੋਂ ਸੀਗਾ। ਹੁਣ ਤੁਸੀਂ ਇਹ ਦੇਖ ਲਓ, ਕਈ ਵਾਰ ਮੈਨੂੰ ਖੁਦ ਨੂੰ ਲੱਗਦਾ ਵੀ ਜਿਹੜੀ ਵਿਸਾਖੀ ਦਾ ਦਿਨ ਧਰਿਆ 10ਵੇਂ ਪਾਤਸ਼ਾਹ ਨੇ, ਉਹ ਸ਼ਾਇਦ ਉਹਨਾਂ ਦਾ ਜਨਮ ਦਿਨ ਸੀ, ਗੁਰੂ ਨਾਨਕ ਦੇਵ ਜੀ ਦਾ ਵਿਸਾਖ 'ਚ ਹੋਇਆ ਹੋਏਗਾ। ਮੇਰਾ ਆਪਣਾ ਵਿਚਾਰ ਆ, ਪਰ ਲੌਜਿਕ ਮੇਰੇ ਕੋਲ ਕੋਈ ਨਹੀਂ ਦੇਣ ਨੂੰ, ਕੋਈ ਲੌਜਿਕ ਨਹੀਂ ਹੈ ਕਿ ਚੱਲਦਾ ਇੱਦਾਂ ਹੀ ਆ। ਕਈ ਕਹਿੰਦੇ ਨੇ ਵੀ ਇਹ ਤਾਂ ਫਿਰ ਮਨਾਇਆ ਕਦੇ ਜਾਂਦਾ,
ਮਤਲਬ ਕਿਉਂ ਬਣਾਇਆ ਜਾਂਦਾ ਹੈ? ਕੀ ਇਹ ਕਵੀ ਦੀਆਂ ਆਪਦੀਆਂ ਪਰਸੈਪਸ਼ਨਸ ਤੇ ਵੀ ਸਾਰੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ? ਹੋ ਸਕਦਾ ਔਰ ਉਹਨਾਂ ਦੇ ਨਾਮ ਬਹੁਤ ਵੱਡੇ ਹੋ ਗਏ, ਅਸੀਂ 70 ਸਾਲ ਤੋਂ ਪੜ੍ਹਦੇ ਜਾ ਰਹੇ ਪੜ੍ਹਦੇ ਹਾਂ। ਹੁਣ ਲੌਜਿਕ ਤਾਂ ਚਾਹੀਦੀ ਆ, ਲੌਜਿਕ ਬਹੁਤ ਜ਼ਰੂਰੀ ਹੈ। ਲੌਜਿਕ ਬਿਨਾਂ, ਜਿਵੇਂ ਮੈਂ ਤੁਹਾਨੂੰ ਆਪ ਦੱਸੀ ਆ ਕਿ ਮੈਨੂੰ ਲੱਗਦਾ ਹੈ ਕਿ 10ਵੇਂ ਪਾਤਸ਼ਾਹ ਨੇ ਵਿਸਾਖ ਵਿੱਚ ਖਾਲਸਾ ਸਾਜੀਆਂ ਤਾਂ ਹੀ ਆ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ। ਇਹ ਮੇਰਾ ਆਪਣਾ ਵਿਚਾਰ ਹੈ, ਮੇਰੇ ਕੋਲ ਲੌਜਿਕ ਕੋਈ ਨਹੀਂ ਲੱਗਦਾ। ਠੀਕ ਭਾਈ ਵੀਰ ਸਿੰਘ ਇੱਕ ਕਿਤਾਬ 'ਚ ਲਿਖਦੇ ਆ ਕਿ 6ਵੀਂ ਪਾਤਸ਼ਾਹੀ ਵੇਲੇ ਇੱਕ ਸਿੰਘ ਨੇ 6ਵੀਂ ਪਾਤਸ਼ਾਹੀ ਨੂੰ ਤੋਤਾ ਗਿਫਟ ਕਰਨਾ ਸੀ, ਕਿਉਂਕਿ 6ਵੀਂ ਪਾਤਸ਼ਾਹੀ ਨੇ ਕਿਹਾ ਤੋਤਾ ਬੜਾ ਸੋਹਣੀ ਆਵਾਜ਼ ਹੈ ਇਹਦੀ, ਔਰ ਉਹਨੇ ਆਪਣੀ ਭੈਣ ਔਰ ਆਪਣੀ ਜਿਹੜੀ ਬੇਟੀ ਸੀ ਉਹਨੂੰ ਮੁਗਲ ਦੇ ਅੱਗੇ ਵੇਚ ਦਿੱਤਾ ਸੀ ਜਾ ਕੇ ਵੀ ਮੈਂ ਤੋਤਾ ਖਰੀਦਣਾ ਹੈ। ਤਾਂ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਵਾਕਈ ਉਦੋਂ ਸਿੰਘ ਨੇ ਇੰਨਾ ਕਿ ਆਪਣੀ ਭੈਣ ਨੂੰ ਵੇਚਿਆ ਹੈ ਕੋਈ ਬੰਦਾ ਜਾ ਕੇ? ਦੇਖੋ, ਇਹ ਇੱਕ ਕਥਾ ਹੈ ਬਣਾਈ ਹੋਈ। ਜਿਸ ਤਰ੍ਹਾਂ ਨਾ ਤੁਸੀਂ ਦੇਖੋ ਇੱਕ ਮੈਥੋਲੋਜੀ ਜਿਹੜੀ ਆ, ਜਿਵੇਂ ਹਿੰਦੂ ਧਰਮ ਦੀ ਮੈਥੋਲੋਜੀ ਆਉਂਦੀ ਆ, ਉਸ ਕਿਸਮ ਦੀਆਂ ਗੱਲਾਂ ਤੁਸੀਂ ਸਾਖੀਆਂ 'ਚ ਮਿਲਦੇ ਹੋ ਵੀ ਤੁਹਾਡੇ ਦੇਵਤੇ ਇੰਨੇ ਪਾਵਰਫੁਲ ਨੇ, ਸਾਡੇ ਗੁਰੂ ਵੀ ਇਦਾਂ ਦੇ ਪਾਵਰਫੁਲ ਸੀ। ਹੁਣ ਇਹਦੇ ਜੇ ਤੁਸੀਂ ਲੌਜਿਕ ਚੱਲਦੇ ਹੋ ਗੁਰੂ ਨਾਨਕ ਦੇਵ ਜੀ ਲੌਜਿਕ ਨਾਲ, ਤਾਂ ਉਹ ਚੀਜ਼ਾਂ ਖੜਦੀਆਂ ਨਹੀਂ ਹੈਗੀਆਂ। ਪਰ ਇੰਨੀ ਹਿੰਮਤ ਸਾਡੇ 'ਚ ਕਿੱਥੇ ਕਿ ਅਸੀਂ ਭਾਈ ਵੀਰ ਸਿੰਘ ਨੂੰ ਚੈਲੰਜ ਕਰ ਦਈਏ? ਭਾਈ ਵੀਰ ਸਿੰਘ ਦੇ ਨਹੀਂ, ਭਾਈ ਵੀਰ ਸਿੰਘ ਜਿਹੜੇ ਨੂੰ ਚੈਲੰਜ ਕਰਨਾ ਬੜਾ ਔਖਾ ਹੈ, ਤੁਹਾਡੀ ਗੱਲ ਸਹੀ ਆ। ਪਰ ਜਿੱਥੇ ਉਹ ਗੱਲ, ਜਿਵੇਂ ਉਹਨਾਂ ਦੀ ਜਿਹੜੀ ਆ ਇੰਟਰਪ੍ਰੀਟੇਸ਼ਨ ਮੈਨੂੰ ਬਹੁਤ ਚੰਗੀ ਲੱਗੀ ਆ। ਉਹ ਤਾਂ 2-3 ਦੰਦੇ ਨੇ, ਮੈਂ ਪੜ੍ਹੀ ਆ, ਉਹ 7 ਪੋਥੀਆਂ ਮੈਂ ਪੜ੍ਹੀਆਂ, ਪਰ ਕਿਤੇ ਕਿਤੇ ਮੈਂ ਡਿਸਐਗਰੀ ਕਰਦਾ ਉਹਨਾਂ ਨਾਲ ਵੀ ਇਹ ਗੱਲ ਬਣਦੀ ਨਹੀਂ ਹੈ, ਉਹ ਆਈਡੀਆ ਨਾਲ ਨਹੀਂ ਰਲਦੀ ਹੈ, ਨਹੀਂ ਚੱਲਦੀ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਹਾਂਜੀ, ਥੈਂਕ ਯੂ ਜੀ। ਸੋ ਇਹ ਵਿਚਾਰਾਂ ਨੇ, ਸਹਿਮਤੀ ਅਸਹਿਮਤੀ ਜਿਹੜੀ ਹੈ ਉਹ ਜ਼ਿੰਦਗੀ ਦਾ ਹਿੱਸਾ ਨੇ। ਹੋ ਸਕਦਾ ਤੁਸੀਂ ਬਹੁਤ ਸਾਰੇ ਵਿਚਾਰਾਂ ਤੋਂ ਅਸਹਿਮਤ ਵੀ ਹੋਵੋ, ਪਰ ਚਰਚਾ ਬਹੁਤ ਜ਼ਰੂਰੀ ਹੈ। ਸਾਨੂੰ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਚਰਚਾ ਖਤਮ ਹੋ ਗਈ ਤਾਂ ਲੋਕਤੰਤਰ, ਸਿੱਖ ਧਰਮ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜੇ ਦੇਖਣਾ ਤਾਂ ਉਹ ਸਿੱਖ ਧਰਮ ਦੇਖਿਆ ਜਾ ਸਕਦਾ ਹੈ, ਜਿੱਥੇ ਸਾਡੇ ਗੁਰੂ ਸਾਨੂੰ ਕਹਿ ਦਿੰਦੇ ਆ ਕਿ ਆਪ ਹੀ ਗੁਰੂ ਨੇ, ਆਪ ਹੀ ਚੇਲੇ ਨੇ, ਤਾਂ ਇਸ ਤੋਂ ਵੱਡਾ ਲੋਕਤੰਤਰ ਕੀ ਹੋ ਸਕਦਾ ਹੈ। ਸੋ ਇਸ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਲੁਧਿਆਣਾ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ, ਆਇਲਸ ਨਾਲ ਜਾਂ ਬਿਨਾ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98 156 085 85 ਤੇ।